ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਪਤੀ ਮੈਨੂੰ ਆਪਣੇ ਭਾਣਜੇ ਨਾਲ ਇਹ ਸਭ ਕੁਝ ਕਰਨ ਲਈ ਕਹੇਗਾ। ਉਸ ਸਮੇਂ ਗਰਮੀ ਦੇ ਦਿਨ ਸੀ, ਸੂਰਜ ਢਲਣ ਲੱਗਿਆ ਸੀ ਅਤੇ ਸਾਡੇ ਵਿੱਚ ਸਭ ਕੁਝ ਬਦਲਣ ਲੱਗਿਆ ਅਤੇ ਹਲਕੇ ਸੁਨਹਿਰੇ ਰੰਗ ਦੀ ਰੌਸ਼ਨੀ ਸਾਡੇ ਘਰ ਵਿੱਚ ਪੈ ਰਹੀ ਸੀ। ਮੈਂ ਸੋਫੇ ਤੇ ਬੈਠੀ ਇਹ ਸਭ ਕੁਝ ਦੇਖ ਰਹੀ ਸੀ। ਮੇਰੇ ਵਿਆਹ ਨੂੰ 1 ਸਾਲ ਹੋ ਗਿਆ ਸੀ। ਰਾਜੇਸ਼ ਮੇਰਾ ਬਹੁਤ ਹੀ ਪਿਆਰਾ ਅਤੇ ਖਿਆਲ ਰੱਖਣ ਵਾਲਾ ਪਤੀ ਸੀ, ਜਿਸ ਨੇ ਮੈਨੂੰ ਹਮੇਸ਼ਾ ਖਾਸ ਮਹਿਸੂਸ ਕਰਵਾਇਆ ਸੀ। ਸਾਡੇ ਰਿਸ਼ਤੇ ਵਿੱਚ ਬਹੁਤ ਇੱਜ਼ਤ ਅਤੇ ਪਿਆਰ ਸੀ, ਪਰ ਹੌਲੀ-ਹੌਲੀ ਸਭ ਕੁਝ ਬਦਲਣ ਲੱਗਿਆ। ਉਹ ਜੋਸ਼, ਉਹ ਅੱਗ, ਹੁਣ ਸਭ ਕੁਝ ਸ਼ਾਂਤ ਹੋ ਚੁੱਕਿਆ ਸੀ। ਅਸੀਂ ਦੋਹੇ ਹਜੇ ਵੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ, ਪਰ ਉਹ ਅਹਿਸਾਸ ਹੁਣ ਧੁੰਦਲਾ ਹੋ ਗਿਆ ਸੀ। ਉਸ ਰਾਤ ਰਾਜੇਸ਼ ਕੰਮ ਤੋਂ ਘਰ ਲੇਟ ਆਏ। ਮੈਨੂੰ ਉਹ ਥੱਕੇ ਹੋਏ ਅਤੇ ਗਵਾਚੇ ਜਿਹੇ ਲੱਗ ਰਹੇ ਸੀ। ਉਸ ਸਮੇਂ ਉਹਨਾਂ ਨੇ ਮੇਰੇ ਬੁੱਲ੍ਹਾਂ ਤੇ ਇੱਕ ਹਲਕੀ ਜਿਹੀ ਕਿਸ ਕੀਤੀ। ਮੈਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਦਿਮਾਗ ਵਿੱਚ ਕੁਝ ਚੱਲ ਰਿਹਾ ਸੀ, ਪਰ ਮੈਂ ਉਹਨਾਂ ਤੋਂ ਜ਼ਬਰਦਸਤੀ ਕੁਝ ਨਹੀਂ ਪੁੱਛਿਆ। ਮੈਨੂੰ ਉਹਨਾਂ ਤੇ ਪੂਰਾ ਭਰੋਸਾ ਸੀ ਕਿ ਉਹ ਜਦੋਂ ਵੀ ਤਿਆਰ ਹੋਣਗੇ ਤਾਂ ਉਹ ਆਪਣੇ ਆਪ ਹੀ ਮੇਰੇ ਨਾਲ ਗੱਲ ਕਰਨਗੇ। ਅਤੇ ਫਿਰ ਮੈਂ ਖਾਣਾ ਬਣਾਉਣ ਵਿੱਚ ਆਪਣੇ ਆਪ ਨੂੰ ਵਿਅਸਤ ਕੀਤਾ। ਉਸ ਅਜੀਬ ਜਿਹੇ ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੇ ਵਿੱਚ ਸੀ। ਫਿਰ ਜਦੋਂ ਅਸੀਂ ਖਾਣਾ ਖਾਣ ਬੈਠੇ ਤਾਂ ਇੱਧਰ-ਉੱਧਰ ਦੀਆਂ ਗੱਲਾਂ ਚੱਲਣ ਲੱਗੀਆਂ। ਰਾਜੇਸ਼ ਕੁਝ ਹੋਰ ਹੀ ਸੋਚ ਰਿਹਾ ਸੀ। ਆਖਰਕਾਰ ਡਿਨਰ ਤੋਂ ਬਾਅਦ ਉਸ ਨੇ ਚੁੱਪੀ ਤੋੜੀ ਅਤੇ ਇੱਕ ਅਜੀਬ ਜਿਹਾ ਪ੍ਰਸਤਾਵ ਰੱਖਿਆ। ਉਸ ਨੇ ਕਿਹਾ ਕਿ ਮੇਰਾ ਭਤੀਜਾ ਅਜੇ ਇਸ ਹਫ਼ਤੇ ਸਾਡੇ ਨਾਲ ਹੀ ਰਹੇਗਾ ਅਤੇ ਫਿਰ ਅੱਗੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਉਹ ਬਹੁਤ ਪਸੰਦ ਆਵੇਗਾ। ਉਹ ਬਹੁਤ ਹੱਸੀ ਮਜ਼ਾਕ ਕਰਦਾ ਹੈ। ਮੈਂ ਹੈਰਾਨ ਹੁੰਦੇ ਹੋਏ ਉਹਨਾਂ ਵੱਲ ਦੇਖਿਆ। ਅਜੇ ਰਾਜੇਸ਼ ਤੋਂ ਕਈ ਸਾਲ ਛੋਟਾ ਸੀ, ਜਦੋਂ ਕਿ ਮੈਂ ਉਸ ਨੂੰ ਕਈ ਵਾਰ ਮਿਲੀ ਵੀ ਸੀ, ਪਰ ਇਕੱਲੇ ਵਿੱਚ ਸਮਾਂ ਨਹੀਂ ਬਿਤਾਇਆ ਸੀ। ਜਿੰਨਾ ਮੈਨੂੰ ਪਤਾ ਸੀ, ਉਹ ਬਹੁਤ ਜ਼ਿਆਦਾ ਖੂਬਸੂਰਤ ਸੀ। ਉਸ ਨੂੰ ਹੱਸੀ ਮਜ਼ਾਕ ਕਰਨ ਦੀ ਆਦਤ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰਾ ਪਤੀ ਰਾਜੇਸ਼ ਦੀ ਤਾਰੀਫ ਕਿਉਂ ਕਰ ਰਿਹਾ ਸੀ। ਉਹ ਕੀ ਕਹਿਣਾ ਚਾਹ ਰਿਹਾ ਸੀ, ਪਰ ਇਹ ਜਾਣਨ ਦੀ ਜਿਗਿਆਸਾ ਮੈਨੂੰ ਵੱਧ ਰਹੀ ਸੀ। ਪਰ ਉਸੇ ਸਮੇਂ ਹੀ ਅਜੇ ਆ ਗਿਆ। ਜਦੋਂ ਅਜੇ ਆਇਆ ਤਾਂ ਕਮਰੇ ਦਾ ਮਾਹੌਲ ਅਚਾਨਕ ਤੋਂ ਬਦਲ ਗਿਆ। ਉਸ ਨੇ ਮੈਨੂੰ ਆਪਣੇ ਗਲ ਨਾਲ ਲਾਇਆ। ਗਲ ਨਾਲ ਲਾਉਣ ਤੋਂ ਬਾਅਦ ਉਸ ਦੇ ਹੱਥ ਥੋੜੇ ਸਮੇਂ ਤੱਕ ਮੇਰੀ ਕਮਰ ਤੇ ਟਿਕੇ ਰਹੇ। ਉਸ ਦੀਆਂ ਅੱਖਾਂ ਮੇਰੀਆਂ ਅੱਖਾਂ ਨਾਲ ਮਿਲੀਆਂ। ਉਸ ਸਮੇਂ ਮੈਂ ਉਹ ਸਭ ਮਹਿਸੂਸ ਕਰਨ ਲੱਗੀ ਜਿਹਨੂੰ ਮੈਂ ਬਹੁਤ ਸਮੇਂ ਤੋਂ ਮਹਿਸੂਸ ਨਹੀਂ ਕੀਤਾ ਸੀ। ਰਾਤ ਹੌਲੀ-ਹੌਲੀ ਲੰਘ ਰਹੀ ਸੀ ਅਤੇ ਅਸੀਂ ਤਿੰਨੋਂ ਲਿਵਿੰਗ ਰੂਮ ਵਿੱਚ ਬੈਠੇ ਹੋਏ ਸ਼ਰਾਬ ਪੀਂਦੇ ਹੋਏ ਗੱਲਾਂ ਬਾਤਾਂ ਕਰ ਰਹੇ ਸੀ। ਉਸ ਸਮੇਂ ਮੇਰਾ ਪਤੀ ਬਹੁਤ ਰਿਲੈਕਸ ਫੀਲ ਕਰ ਰਿਹਾ ਸੀ। ਜਿਵੇਂ-ਜਿਵੇਂ ਗੱਲਾਂ ਚੱਲ ਰਹੀਆਂ ਸੀ, ਮੈਂ ਦੇਖ ਰਹੀ ਸੀ ਕਿ ਅਜੇ ਦਾ ਧਿਆਨ ਬਾਰ-ਬਾਰ ਮੇਰੇ ਵੱਲ ਆ ਕੇ ਟਿਕ ਰਿਹਾ ਸੀ। ਉਸ ਦੀ ਸ਼ਰਾਰਤੀ ਮੁਸਕਾਨ ਅਤੇ ਜਦੋਂ ਮੈਂ ਕੁਝ ਕਹਿੰਦੀ ਉਸ ਦਾ ਮੇਰੇ ਕੋਲ ਆ ਕੇ ਧਿਆਨ ਨਾਲ ਮੇਰੀ ਗੱਲ ਸੁਣਨਾ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਾਡੇ ਵਿੱਚ ਅਜੀਬ ਜਿਹਾ ਰਿਸ਼ਤਾ ਬਣ ਰਿਹਾ ਹੋਵੇ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਸੀ। ਜਦੋਂ ਰਾਜੇਸ਼ ਫੋਨ ਲੈਣ ਲਈ ਬਾਹਰ ਗਿਆ ਤਾਂ ਮੇਰੇ ਅਤੇ ਅਜੇ ਦੇ ਵਿੱਚ ਦਾ ਮਾਹੌਲ ਹੋਰ ਵੀ ਬਦਲ ਗਿਆ। ਉਸ ਦੀਆਂ ਅੱਖਾਂ ਮੇਰੀਆਂ ਅੱਖਾਂ ਤੋਂ ਹਟਣ ਦਾ ਨਾਮ ਹੀ ਨਹੀਂ ਲੈ ਰਹੀਆਂ ਸੀ। ਮੇਰੀ ਹਾਲਤ ਵੀ ਖਰਾਬ ਹੁੰਦੀ ਜਾ ਰਹੀ ਸੀ। ਅਜੇ ਨੇ ਮੈਨੂੰ ਕਿਹਾ ਕਿ ਤੁਸੀਂ ਅੱਜ ਬਹੁਤ ਖੂਬਸੂਰਤ ਲੱਗ ਰਹੇ ਹੋ। ਮੈਂ ਉਸ ਦੀਆਂ ਗੱਲਾਂ ਤੋਂ ਸ਼ਰਮਾ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਜਵਾਬ ਦੇਵਾਂ, ਪਰ ਜਿਸ ਤਰੀਕੇ ਨਾਲ ਉਹ ਮੈਨੂੰ ਦੇਖ ਰਿਹਾ ਸੀ, ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਿਆ ਸੀ। ਜਦੋਂ ਮੈਨੂੰ ਕੁਝ ਨਾ ਸੁੱਝਿਆ ਤਾਂ ਮੈਂ ਧੰਨਵਾਦ ਹੌਲੀ ਜਿਹੀ ਆਵਾਜ਼ ਵਿੱਚ ਕਿਹਾ। ਉਸ ਸਮੇਂ ਅਜੇ ਥੋੜਾ ਹੋਰ ਮੇਰੇ ਕੋਲ ਆ ਕੇ ਬੈਠ ਗਿਆ। ਉਸ ਦਾ ਚਿਹਰਾ ਮੇਰੇ ਚਿਹਰੇ ਤੋਂ ਕੁਝ ਹੀ ਇੰਚ ਦੂਰ ਸੀ ਅਤੇ ਫਿਰ ਉਸ ਨੇ ਕਿਹਾ ਕਿ ਤੁਸੀਂ ਕੁਝ ਨਵਾਂ ਸੋਚਿਆ ਹੈ। ਰਾਜੇਸ਼ ਦੂਜੇ ਕਮਰੇ ਵਿੱਚ ਹੀ ਸੀ। ਇਹ ਕਿਵੇਂ ਹੋ ਸਕਦਾ ਸੀ? ਜਿਸ ਤਰੀਕੇ ਨਾਲ ਅਜੇ ਨੇ ਮੈਨੂੰ ਦੇਖਿਆ ਸੀ, ਉਸ ਦੀਆਂ
ਅੱਖਾਂ ਨੇ ਮੇਰੇ ਤੇ ਜਾਦੂ ਜਿਹਾ ਕਰ ਦਿੱਤਾ ਸੀ। ਮੇਰੇ ਲਈ ਸੋਚਣਾ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦੀ, ਰਾਜੇਸ਼ ਵਾਪਸ ਕਮਰੇ ਵਿੱਚ ਆ ਗਿਆ। ਉਸ ਨੇ ਸਾਨੂੰ ਦੋਹਾਂ ਨੂੰ ਦੇਖਿਆ ਅਤੇ ਫਿਰ ਉਸ ਦੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਾਨ ਆ ਗਈ ਅਤੇ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਦੇਖ ਰਿਹਾ ਹਾਂ ਕਿ ਤੁਸੀਂ ਦੋਨੋਂ ਬਹੁਤ ਜਲਦੀ ਇੱਕ ਦੂਜੇ ਨਾਲ ਘੁਲ ਮਿਲ ਗਏ ਹੋ। ਇਹ ਕਹਿ ਕੇ ਉਹ ਸੋਫੇ ਤੇ ਬੈਠ ਗਿਆ। ਕੁਝ ਸਮੇਂ ਲਈ ਮੈਨੂੰ ਚਿੰਤਾ ਵੀ ਹੋਈ ਕਿ ਸ਼ਾਇਦ ਰਾਜੇਸ਼ ਨੂੰ ਸ਼ੱਕ ਹੋਇਆ ਹੋਵੇ। ਰਾਜੇਸ਼ ਆਰਾਮ ਨਾਲ ਸੋਫੇ ਤੇ ਬੈਠਾ ਅਤੇ ਉਸ ਨੇ ਆਪਣਾ ਵਾਈਨ ਦਾ ਗਲਾਸ ਫੇਰ ਤੋਂ ਭਰ ਲਿਆ ਅਤੇ ਫਿਰ ਉਸ ਨੇ ਉਹ ਗੱਲ ਕਹੀ ਜਿਸ ਦੀ ਮੈਨੂੰ ਕਦੇ ਵੀ ਉਮੀਦ ਨਹੀਂ ਸੀ। ਫਿਰ ਉਸ ਨੇ ਆਪਣੇ ਵਾਈਨ ਦੇ ਗਲਾਸ ਨੂੰ ਘੁਮਾਉਂਦੇ ਹੋਏ ਕਿਹਾ ਕਿ ਤੁਹਾਨੂੰ ਪਤਾ ਹੈ, ਅਜੇ ਹਮੇਸ਼ਾ ਤੋਂ ਬਹੁਤ ਚੰਗਾ ਲੜਕਾ ਰਿਹਾ ਹੈ, ਵਫਾਦਾਰ, ਮਜ਼ੇਦਾਰ ਅਤੇ ਕਿਸੇ ਨੂੰ ਖਾਸ ਮਹਿਸੂਸ ਕਰਵਾਉਣ ਵਿੱਚ ਮਾਹਿਰ। ਉਸ ਸਮੇਂ ਮੇਰੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ ਕਿ ਉਹ ਉਹੀ ਕਹਿ ਰਿਹਾ ਸੀ ਜੋ ਮੈਂ ਸੋਚ ਰਹੀ ਸੀ, ਪਰ ਰਾਜੇਸ਼ ਦੇ ਚਿਹਰੇ ਤੇ ਕੋਈ ਵੀ ਸ਼ਿਕਾਇਤ ਜਾਂ ਗੁੱਸਾ ਨਹੀਂ ਸੀ। ਉਸ ਦਾ ਉਹੀ ਮੁਸਕਰਾਉਂਦਾ ਹੋਇਆ ਚਿਹਰਾ ਜਿਹਦੇ ਵਿੱਚ ਕੋਈ ਡੂੰਘਾ ਰਾਜ ਛਿਪਿਆ ਹੋਇਆ ਸੀ। ਅਤੇ ਫਿਰ ਅਜੇ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਉਸ ਦੀਆਂ ਉਂਗਲਾਂ ਮੇਰੀਆਂ ਉਂਗਲਾਂ ਨੂੰ ਛੂਹਣ ਲੱਗੀਆਂ। ਉਸ ਸਮੇਂ ਮੈਂ ਫਿਰ ਤੋਂ ਰਾਜੇਸ਼ ਵੱਲ ਦੇਖਿਆ, ਪਰ ਉਸ ਨੇ ਮੈਨੂੰ ਹਲਕਾ ਜਿਹਾ ਸਿਰ ਹਿਲਾ ਕੇ ਇਸ਼ਾਰਾ ਕੀਤਾ, ਜਿਵੇਂ ਕਿ ਉਹ ਕਹਿ ਰਿਹਾ ਹੋਵੇ ਕਿ ਸਭ ਕੁਝ ਠੀਕ ਹੈ। ਹੌਲੀ ਹੌਲੀ ਅਜੇ ਦਾ ਹੱਥ ਮੇਰੀ ਗੱਲ ਤੇ ਆ ਗਿਆ। ਉਸ ਦਾ ਸਪਰਸ਼ ਬਹੁਤ ਨਰਮ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝ ਪਾਉਂਦੀ, ਉਸ ਦੇ ਬੁੱਲ ਮੇਰੇ ਬੁੱਲਾਂ ਨਾਲ ਮਿਲ ਚੁੱਕੇ ਸੀ। ਉਸ ਵਿੱਚ ਉਹੀ ਜਨੂੰਨ ਸੀ ਜਿਸ ਨੂੰ ਮੈਂ ਕਦੋਂ ਤੋਂ ਮਹਿਸੂਸ ਕਰ ਰਹੀ ਸੀ। ਹੁਣ ਉਸ ਦੇ ਹੱਥ ਹੌਲੀ ਹੌਲੀ ਮੇਰੇ ਪੂਰੇ ਸਰੀਰ ਉੱਤੇ ਘੁੰਮ ਰਹੇ ਸੀ ਅਤੇ ਉਸ ਦੇ ਬੁੱਲ ਆਪਣੀ ਮਸਤੀ ਵਿੱਚ ਲੱਗੇ ਹੋਏ ਸੀ। ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਦੁਨੀਆ ਦੀ ਹਰ ਇੱਕ ਚੀਜ਼ ਗਾਇਬ ਹੋ ਗਈ ਹੋਵੇ ਅਤੇ ਬਸ ਅਸੀਂ ਦੋਨੋਂ ਹੀ ਇਸ ਨਸ਼ੀਲੇ ਪਲ ਵਿੱਚ ਰਹਿ ਗਏ ਹੋਈਏ। ਜਦੋਂ ਅਸੀਂ ਇੱਕ ਦੂਜੇ ਤੋਂ ਅਲੱਗ ਹੋਏ ਤਾਂ ਮੈਂ ਫੇਰ ਤੋਂ ਰਾਜੇਸ਼ ਵੱਲ ਦੇਖਿਆ। ਹਜੇ ਵੀ ਉਸ ਦੀਆਂ ਅੱਖਾਂ ਮੇਰੇ ਵੱਲ ਹੀ ਸੀ। ਉਸ ਦੀਆਂ ਅੱਖਾਂ ਵਿੱਚ ਮਨਜ਼ੂਰੀ ਝਲਕ ਰਹੀ ਸੀ। ਉਸ ਵਿੱਚ ਕੋਈ ਵੀ ਗੁੱਸਾ ਜਾਂ ਨਾਰਾਜ਼ਗੀ ਨਹੀਂ ਸੀ, ਜਿਵੇਂ ਇਹ ਸਭ ਕੁਝ ਹੀ ਉਹ ਪਹਿਲਾਂ ਤੋਂ ਚਾਹੁੰਦਾ ਹੋਵੇ। ਅਤੇ ਫਿਰ ਰਾਜੇਸ਼ ਦੇ ਹੱਥ ਮੇਰੇ ਸਰੀਰ ਨੂੰ ਹੋਰ ਡੂੰਘਾਈ ਨਾਲ ਟਟੋਲਣ ਲੱਗੇ ਅਤੇ ਅਸੀਂ ਰਾਤ ਭਰ ਇਸ ਤਰ੍ਹਾਂ ਹੀ ਇੱਕ ਦੂਜੇ ਵਿੱਚ ਖੋਏ ਰਹੇ ਅਤੇ ਰਾਜੇਸ਼ ਹਰ ਸਮੇਂ ਸਾਨੂੰ ਦੇਖਦਾ ਰਿਹਾ ਅਤੇ ਮੈਂ ਅਜੇ ਵਿੱਚ ਖੋ ਗਈ। ਵਕਤ ਜਿਵੇਂ ਥੰਮ ਗਿਆ ਹੋਵੇ ਅਤੇ ਉਹ ਸਭ ਕੁਝ ਜੋ ਪਹਿਲਾਂ ਬਹੁਤ ਗਲਤ ਲੱਗਦਾ ਸੀ, ਹੁਣ ਉਹ ਸਭ ਕੁਝ ਧੁੰਦਲਾ ਹੋ ਗਿਆ ਸੀ। ਜਿਵੇਂ ਜਿਵੇਂ ਰਾਤ ਹੁੰਦੀ ਗਈ ਮੈਨੂੰ ਵੀ ਅਹਿਸਾਸ ਹੋਣ ਲੱਗਿਆ ਜਿਵੇਂ ਕਿ ਮੇਰੇ ਅੰਦਰ ਸਭ ਕੁਝ ਬਦਲ ਰਿਹਾ ਹੋਵੇ। ਜਿਸ ਤਰ੍ਹਾਂ ਦਾ ਅਜੇ ਨੇ ਮੈਨੂੰ ਮਹਿਸੂਸ ਕਰਵਾਇਆ, ਉਸ ਤੋਂ ਮੇਰੇ ਅੰਦਰ ਦੇ ਜਜ਼ਬਾਤ ਜਾਗ ਉੱਠੇ ਜਿਨ੍ਹਾਂ ਨੂੰ ਮੈਂ ਬਹੁਤ ਪਹਿਲਾਂ ਥਾਪੜ ਕੇ ਸਮਾ ਦਿੱਤਾ ਸੀ ਅਤੇ ਰਾਜੇਸ਼ ਮੇਰੇ ਸੁੱਖ ਦਾ ਆਨੰਦ ਲੈ ਰਿਹਾ ਸੀ। ਘੰਟੇ ਇਸ ਤਰ੍ਹਾਂ ਹੀ ਲੰਘਦੇ ਗਏ। ਇਹ ਸਭ ਕੁਝ ਉਹ ਸੀ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ। ਅਸੀਂ ਹਰ ਪਲ ਹਰ ਸਮੇਂ ਦਾ ਅਹਿਸਾਸ ਅਤੇ ਆਨੰਦ ਲੈਤਾ ਅਤੇ ਜਦੋਂ ਸੂਰਜ ਨਿਕਲਣ ਲੱਗਿਆ, ਖਿੜਕੀਆਂ ਵਿੱਚ ਦੀ ਹਲਕੀ ਪੀਲੀ ਰੌਸ਼ਨੀ ਫੈਲਣ ਲੱਗੀ। ਮੈਂ ਆਪਣੇ ਆਪ ਨੂੰ ਅਜੇ ਦੀਆਂ ਬਾਹਾਂ ਵਿੱਚ ਲਿਪਟਿਆ ਹੋਇਆ ਮਹਿਸੂਸ ਕੀਤਾ। ਰਾਜੇਸ਼ ਵੀ ਸਾਡੇ ਕੋਲ ਹੀ ਸੀ। ਉਹ ਮੇਰੀ ਕਮਰ ਤੇ ਹੱਥ ਫੇਰ ਰਿਹਾ ਸੀ। ਮੈਂ ਕਦੇ ਵੀ ਇੰਨਾ ਜ਼ਿਆਦਾ ਸੰਤੁਸ਼ਟ ਮਹਿਸੂਸ ਨਹੀਂ ਕੀਤਾ ਸੀ। ਇਹ ਸਿਰਫ ਇੱਕ ਰਾਤ ਦਾ ਜੋਸ਼ ਨਹੀਂ ਸੀ। ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਇਸ ਰਾਤ ਨੇ ਸਾਡੇ ਵਿੱਚ ਸਭ ਕੁਝ ਬਦਲ ਦਿੱਤਾ ਸੀ। ਸਾਡਾ ਪਿਆਰ ਹੋਰ ਮਜ਼ਬੂਤ ਹੋ ਗਿਆ ਸੀ। ਜਿਵੇਂ ਜਿਵੇਂ ਕਮਰੇ ਵਿੱਚ ਸੂਰਜ ਦੀ ਰੌਸ਼ਨੀ ਫੈਲਣ ਲੱਗੀ, ਅਜੇ ਦਾ ਹੱਥ ਮੇਰੇ ਸਰੀਰ ਤੇ ਫਿਰ ਰਿਹਾ ਸੀ। ਮੇਰਾ ਸਰੀਰ ਹੁਣ ਅਜੇ ਦੇ ਸਪਰਸ਼ ਦੇ ਕਾਰਨ ਗੂੰਜ ਰਿਹਾ ਸੀ ਅਤੇ ਰਾਜੇਸ਼ ਦੀਆਂ ਅੱਖਾਂ ਮੇਰੀਆਂ ਅੱਖਾਂ ਵਿੱਚ ਸੀ, ਜਿਵੇਂ ਉਹ ਹਰ ਛੁਪੀ ਹੋਈ ਇੱਛਾ ਨੂੰ ਦੇਖ ਰਿਹਾ ਹੋਵੇ।
ਜਿਸ ਦੇ ਬਾਰੇ ਵਿੱਚ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਸੀ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਵਿੱਚ ਕੁਝ ਬਦਲ ਗਿਆ ਸੀ। ਸਾਡੇ ਤਿੰਨਾਂ ਦੇ ਵਿੱਚ ਇੱਕ ਰਿਸ਼ਤਾ ਬਣ ਗਿਆ ਸੀ ਜੋ ਵਾਸਨਾ ਅਤੇ ਭਰੋਸੇ ਨਾਲ ਬਣਿਆ ਹੋਇਆ ਸੀ, ਜਿਸ ਨੂੰ ਮੈਂ ਉਸ ਸਮੇਂ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੀ ਸੀ। ਜਿਵੇਂ ਹੀ ਅਜੇ ਨੇ ਮੈਨੂੰ ਗੱਲ ਨਾਲ ਲਾਇਆ, ਉਹਨਾਂ ਦੋਹਾਂ ਦੀ ਮੌਜੂਦਗੀ ਨੇ ਮੈਨੂੰ ਭਰ ਦਿੱਤਾ ਸੀ। ਮੈਨੂੰ ਉਹ ਸਭ ਕੁਝ ਮਹਿਸੂਸ ਕਰਵਾਇਆ ਜੋ ਮੈਂ ਕਦੇ ਨਹੀਂ ਕੀਤਾ ਸੀ। ਮੈਨੂੰ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਇਸ ਰਾਤ ਨੇ ਇੱਕ ਇਸ ਤਰ੍ਹਾਂ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੋਵੇ ਜਿਸ ਨੂੰ ਮੈਂ ਕਦੇ ਬੰਦ ਨਹੀਂ ਕਰ ਸਕਦੀ ਸੀ, ਅਤੇ ਮੈਨੂੰ ਉਸ ਦਰਵਾਜ਼ੇ ਨੂੰ ਬੰਦ ਕਰਨ ਦੀ ਇੱਛਾ ਵੀ ਨਹੀਂ ਸੀ। ਉਸ ਸਮੇਂ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਹਨਾਂ ਦੋਹਾਂ ਦੇ ਹਵਾਲੇ ਕਰ ਦਿੱਤਾ। ਉਹ ਜਨੂੰਨ ਅਤੇ ਉਹ ਰਿਸ਼ਤਾ ਜੋ ਸਾਡੇ ਵਿੱਚ ਸੀ, ਜੋ ਕੁਝ ਵੀ ਅੱਗੇ ਹੋਣ ਵਾਲਾ ਸੀ, ਮੈਂ ਉਸ ਲਈ ਤਿਆਰ ਸੀ, ਇਹ ਜਾਣਦੇ ਹੋਏ ਕਿ ਸਾਡੀ ਇਸ ਕਹਾਣੀ ਦੀ ਇੱਕ ਨਵੀਂ ਸ਼ੁਰੂਆਤ ਹੈ। ਉਸ ਰਾਤ ਸਾਡੇ ਵਿੱਚ ਸਭ ਕੁਝ ਬਦਲ ਗਿਆ ਸੀ, ਪਰ ਅਸੀਂ ਤਿੰਨਾਂ ਨੇ ਉਸ ਬਦਲਾਵ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਸੀ। ਹੁਣ ਸਾਡੇ ਵਿੱਚ ਇੱਕ ਅਜੀਬ ਜਿਹਾ ਤਾਲਮੇਲ ਬਣ ਗਿਆ ਸੀ, ਜਿਸ ਵਿੱਚ ਸਾਡੇ ਰਿਸ਼ਤੇ ਦੀ ਡੂੰਘਾਈ ਅਤੇ ਸਮਝਦਾਰੀ ਸ਼ਾਮਿਲ ਸੀ। ਅਗਲੇ ਕੁਝ ਦਿਨਾਂ ਤੱਕ ਘਰ ਵਿੱਚ ਅਲੱਗ ਹੀ ਮਾਹੌਲ ਸੀ। ਅਜੇ ਹੁਣ ਵੀ ਸਾਡੇ ਨਾਲ ਰਹਿ ਰਿਹਾ ਸੀ ਅਤੇ ਹਰ ਸਮੇਂ ਦੇ ਨਾਲ ਸਾਡੇ ਵਿੱਚ ਦੀ ਚੁੱਪੀ ਮਜ਼ਬੂਤ ਹੁੰਦੀ ਜਾ ਰਹੀ ਸੀ। ਰਾਜੇਸ਼ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਸੀ। ਮੈਨੂੰ ਮਹਿਸੂਸ ਹੋਇਆ ਸੀ ਕਿ ਜਿਵੇਂ ਸਾਡੇ ਵਿੱਚ ਹੁਣ ਇੱਕ ਅਲੱਗ ਜਿਹਾ ਰਿਸ਼ਤਾ ਨਹੀਂ ਸੀ, ਜੋ ਪਹਿਲਾਂ ਤੋਂ ਕਿਤੇ ਜ਼ਿਆਦਾ ਖੂਬਸੂਰਤ ਸੀ। ਅਜੇ ਅਤੇ ਰਾਜੇਸ਼ ਦੇ ਵਿੱਚ ਵੀ ਨਵੀਂ ਸਮਝਦਾਰੀ ਸੀ। ਅਜੇ ਦੀਆਂ ਨਜ਼ਰਾਂ ਮੇਰੀਆਂ ਨਜ਼ਰਾਂ ਨਾਲ ਮਿਲੀਆਂ ਹੁੰਦੀਆਂ ਅਤੇ ਰਾਜੇਸ਼ ਦੀ ਮਨਜ਼ੂਰੀ ਹੁੰਦੀ। ਇੱਕ ਦਿਨ ਜਦੋਂ ਮੈਂ ਚਾਹ ਬਣਾ ਰਹੀ ਸੀ ਤਾਂ ਅਜੇ ਮੇਰੇ ਕੋਲ ਆਇਆ ਤੇ ਉਸ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਕਿ ਤੁਸੀਂ ਕਿਵੇਂ ਹੋ। ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ, ਜਿਵੇਂ ਉਹ ਇਹ ਜਾਣਨਾ ਚਾਹੁੰਦਾ ਹੋਵੇ ਕਿ ਮੈਂ ਇਸ ਰਿਸ਼ਤੇ ਤੋਂ ਖੁਸ਼ ਹਾਂ ਜਾਂ ਨਹੀਂ। ਮੈਂ ਉਸ ਵੱਲ ਦੇਖਿਆ ਤੇ ਮੁਸਕਰਾ ਕੇ ਕਿਹਾ ਕਿ ਮੈਂ ਠੀਕ ਹਾਂ, ਸ਼ਾਇਦ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਠੀਕ। ਫਿਰ ਉਸ ਨੇ ਇੱਕ ਨਜ਼ਰ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਉਹੀ ਸੁਪਨੇ ਸੀ ਜੋ ਮੈਂ ਪਹਿਲਾਂ ਦੇਖੇ ਸੀ, ਅਤੇ ਫਿਰ ਉਸ ਨੇ ਕਿਹਾ ਕਿ ਇਹ ਸਭ ਕੁਝ ਨਵਾਂ ਹੈ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਸਹੀ ਰਾਸਤੇ ਵਿੱਚ ਹਾਂ। ਕੁਝ ਸਮੇਂ ਲਈ ਅਸੀਂ ਇੱਕ ਦੂਜੇ ਦੀਆਂ ਗੱਲਾਂ ਵਿੱਚ ਖੋ ਗਏ, ਜਿਵੇਂ ਕਿ ਸਾਡੇ ਵਿੱਚ ਦੀ ਹਰ ਛੋਟੀ ਵੱਡੀ ਗੱਲ ਹੁਣ ਜ਼ਿਆਦਾ ਮਾਇਨੇ ਰੱਖਦੀ ਹੋਵੇ। ਹੁਣ ਰਾਜੇਸ਼ ਨੇ ਵੀ ਆਪਣੇ ਮਨ ਦੀਆਂ ਗੱਲਾਂ ਖੁੱਲ੍ਹ ਕੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇੱਕ ਰਾਤ ਜਦੋਂ ਅਸੀਂ ਤਿੰਨੇ ਇਕੱਠੇ ਬੈਠੇ ਸੀ ਤਾਂ ਰਾਜੇਸ਼ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡਾ ਰਿਸ਼ਤਾ ਇਸ ਰਾਹ ਤੇ ਆਵੇਗਾ, ਪਰ ਇਹ ਸਾਨੂੰ ਹੋਰ ਵੀ ਜ਼ਿਆਦਾ ਕਰੀਬ ਲੈ ਆਇਆ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਸਾਡੇ ਵਿੱਚ ਜੋ ਬਦਲਾਅ ਆਇਆ ਹੈ ਉਹ ਸਿਰਫ ਸਰੀਰਕ ਹੀ ਨਹੀਂ ਸੀ, ਜਦੋਂ ਕਿ ਦਿਲ ਤੋਂ ਵੀ ਅਸੀਂ ਤਿੰਨੋਂ ਇੱਕ ਦੂਜੇ ਦੇ ਨਾਲ ਜੁੜ ਗਏ ਸੀ। ਅਜੇ ਨੇ ਘਰੋਂ ਜਾਣ ਦੀ ਗੱਲ ਕੀਤੀ ਅਤੇ ਉਸ ਨੇ ਕਿਹਾ ਕਿ ਹੁਣ ਉਸ ਨੂੰ ਆਪਣੀ ਪੜ੍ਹਾਈ ਅਤੇ ਆਪਣੇ ਕਰੀਅਰ ਤੇ ਧਿਆਨ ਦੇਣਾ ਹੈ ਅਤੇ ਉਸ ਨੂੰ ਸ਼ਹਿਰ ਵਾਪਸ ਜਾਣਾ ਹੋਵੇਗਾ। ਉਸ ਦੇ ਜਾਣ ਦੇ ਖਿਆਲ ਨੇ ਮੈਨੂੰ ਥੋੜਾ ਉਦਾਸ ਕਰ ਦਿੱਤਾ, ਪਰ ਮੈਂ ਜਾਣਦੀ ਸੀ ਕਿ ਇਹ ਬਹੁਤ ਜ਼ਰੂਰੀ ਸੀ। ਉਸ ਦੇ ਜਾਣ ਤੋਂ ਇੱਕ ਰਾਤ ਪਹਿਲਾਂ ਅਸੀਂ ਤਿੰਨਾਂ ਨੇ ਇਕੱਠੇ ਸਮਾਂ ਬਿਤਾਇਆ। ਉਸ ਰਾਤ ਵਿੱਚ ਵੀ ਉਹੀ ਸਮਝਦਾਰੀ ਸੀ ਜੋ ਹੁਣ ਸਾਡੇ ਵਿੱਚ ਬਣ ਚੁੱਕੀ ਸੀ। ਅਜੇ ਨੇ ਮੈਨੂੰ ਗੱਲ ਨਾਲ ਲਾਇਆ ਅਤੇ ਮੈਨੂੰ ਵਾਅਦਾ ਕੀਤਾ ਕਿ ਮੈਂ ਵਾਪਸ ਆਵਾਂਗਾ। ਉਸ ਸਮੇਂ ਉਸ ਦੀਆਂ ਅੱਖਾਂ ਵਿੱਚ ਭਰੋਸਾ ਸੀ। ਰਾਜੇਸ਼ ਨੇ ਵੀ ਉਸ ਨੂੰ ਗੱਲ ਨਾਲ ਲਾਇਆ ਅਤੇ ਹੁਣ ਉਹਨਾਂ ਦੋਹਾਂ ਵਿੱਚ ਦੋਸਤੀ ਦਾ ਰਿਸ਼ਤਾ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਸੀ। ਹੁਣ ਸਾਡੇ ਵਿੱਚ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੋ ਗਿਆ ਸੀ ਜਿਸ ਨੂੰ ਸਮਾਂ ਮਿਟਾ ਨਹੀਂ ਸਕਦਾ ਸੀ। ਸਮਾਂ ਬੀਤਦਾ ਗਿਆ, ਪਰ ਉਹ ਰਾਤ ਸਾਡੇ ਦਿਲ ਵਿੱਚ ਹਮੇਸ਼ਾ ਤਾਜ਼ਾ ਰਹੀ। ਮੈਂ ਅਤੇ ਰਾਜੇਸ਼ ਇੱਕ ਦੂਜੇ ਨਾਲ ਜੁੜੇ ਹੋਏ ਸੀ। ਅਜੇ ਨੇ ਸਾਨੂੰ ਇੱਕ ਇਸ ਤਰ੍ਹਾਂ ਦਾ ਤੋਹਫਾ ਦਿੱਤਾ ਸੀ ਜੋ ਅਸੀਂ ਆਪਣੇ ਆਪ ਕਦੇ
ਨਹੀਂ ਕਰ ਪਾਉਂਦੇ। ਹੁਣ ਸਾਡਾ ਰਿਸ਼ਤਾ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਸਾਡੀ ਇੱਕ ਛੋਟੀ ਜਿਹੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਇਸ ਤਰ੍ਹਾਂ ਦੀਆਂ ਰੋਮਾਂਟਿਕ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਸੀਂ ਸਾਡੀ ਕੋਈ ਵੀ ਕਹਾਣੀ ਮਿਸ ਨਾ ਕਰ ਸਕੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।